ਕਿਸਾਨਾਂ ਦੇ ਨਾਲ ਗੱਲ ਕਰਨ ਦੇ ਲਈ ਕੇਂਦਰ ਸਰਕਾਰ ਤਿਆਰ ਹੈ। ਇਹ ਦਾਅਵਾ ਜੋ ਹੈ ਪੰਜਾਬ ਬੀਜੇਪੀ ਆਗੂ ਸੁਰਜੀਤ ਜਿਆਣੀ ਤੇ ਹਰਜੀਤ ਗਰੇਵਾਲ ਦੇ ਵੱਲੋਂ ਦੀ ਕੀਤਾ ਗਿਆ। ਜੀ ਹਾਂ, ਉਹਨਾਂ ਨੇ ਕਿਹਾ ਕਿ ਆਉਣ ਵਾਲੇ 1 ਜਾਂ 2 ਦਿਨਾਂ ਦੇ ਅੰਦਰ ਜੋ ਹੈ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੀ ਗੱਲਬਾਤ ਹੋ ਸਕਦੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹਾਂ ਜਾਂ ਨਾ ਦੀ ਜ਼ਿੱਦ ਜੋ ਹੈ ਉਹ ਕਿਸਾਨਾਂ ਨੂੰ ਛੱਡਣੀ ਪਵੇਗੀ। ਇਸ ਤੋਂ ਬਾਅਦ ਹੀ ਅਸੀਂ ਕੇਂਦਰ ਦੇ ਨਾਲ ਉਹਨਾਂ ਦੀ ਮੁਲਾਕਾਤ ਕਰਵਾ ਸਕਾਂਗੇ। ਹਰਜੀਤ ਗਰੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੀਆਂ ਅਮੈਂਡਮੈਂਟਸ ਕਰ ਦਿੱਤੀਆਂ ਨੇ, ਸਾਰੇ ਸੋਧ ਜੋ ਨੇ ਕਰ ਦਿੱਤੇ ਨੇ ਤੇ ਹੁਣ ਇਹਨਾਂ ਕਾਨੂੰਨਾਂ ਦੇ ਵਿੱਚ ਕੁਝ ਵੀ ਨਹੀਂ ਬਚਿਆ। ਬਸ ਸਿਰਫ ਕਿਸਾਨਾਂ ਦੀ ਜ਼ਿੱਦ ਕਰਕੇ, ਕੁਝ ਆਗੂਆਂ ਦੀ ਜ਼ਿੱਦ ਕਰਕੇ ਅੰਦੋਲਨ ਜੋ ਹੈ ਉਹ ਚੱਲ ਰਿਹਾ। ਯਾਨੀ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਸੰਘਰਸ਼ ਦੇ ਉੱਤੇ ਸਵਾਲ ਚੁੱਕੇ ਨੇ। ਕਿਸਾਨਾਂ ਨੂੰ ਇਹੀ ਕਿਹਾ ਕਿ ਉਹ ਹਾਂ ਜਾਂ ਨਾ ਦੀ ਜ਼ਿੱਦ ਛੱਡਣ। ਜਿਸ ਤਰ੍ਹਾਂ ਦੇ ਨਾਲ ਜੋ 5ਵੇਂ ਗੇੜ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਕਿਸਾਨਾਂ ਵੱਲੋਂ ਯੈਸ ਔਰ ਨੋ ਦੀਆਂ ਤਖਤੀਆਂ ਜੋ ਨੇ, ਯੈਸ ਔਰ ਨੋ ਦਾ ਮੈਸੇਜ ਜੋ ਹੈ ਉਹ ਲਿਖਿਆ ਗਿਆ ਸੀਗਾ। ਕੇਂਦਰ ਤੋਂ ਇਹੀ ਮੰਗ ਕੀਤੀ ਗਈ ਸੀ ਕਿ ਹਾਂ ਜਾਂ ਨਾ 'ਚ ਸਾਨੂੰ ਜਵਾਬ ਦੇ ਦਿਓ। ਸੋ ਬੀਜੇਪੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਦੁਬਾਰਾ ਮੁਲਾਕਾਤ ਜੋ ਹੈ ਹੋ ਸਕਦੀ ਹੈ, ਪਰ ਕਿਸਾਨਾਂ ਨੂੰ ਨਾਲ ਇਹ ਅਪੀਲ ਵੀ ਉਹਨਾਂ ਨੇ ਕੀਤੀ ਹੈ ਕਿ ਉਹ ਆਪਣੇ ਹਾਂ ਜਾਂ ਨਾ ਦੀ ਜ਼ਿੱਦ ਛੱਡ ਦੇਣ। ਇਸ ਤੋਂ ਬਾਅਦ ਹੀ ਜੋ ਹੈ ਅੱਗੇ ਦੀ ਗੱਲਬਾਤ ਵਧਾਈ ਜਾਵੇਗੀ। ਕਾਨੂੰਨਾਂ ਦੇ ਵਿੱਚ ਹੁਣ ਕੁਝ ਨਹੀਂ ਰਿਹਾ ਕਿਉਂਕਿ ਅਮੈਂਡਮੈਂਟ ਸਾਰੀਆਂ ਹੋ ਚੁੱਕੀਆਂ ਨੇ। ਤੇ ਨਾਲ ਹੀ ਉਹਨਾਂ ਨੇ ਕਿਸਾਨ ਆਗੂਆਂ ਤੇ ਵੀ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਕਿਸਾਨ ਆਗੂਆਂ ਦੀ ਜ਼ਿੱਦ ਦੇ ਕਰਕੇ ਜੋ ਹੈ ਇਹ ਅੰਦੋਲਨ ਹੁਣ ਚੱਲ ਰਿਹਾ, ਜਿਸ ਦਾ ਖਾਮਿਆਜ਼ਾ ਕਿਸਾਨਾਂ ਨੂੰ ਹੀ ਭੁਗਤਣਾ ਪੈ ਰਿਹਾ। ਕੀ ਕੁਝ ਇਹਨਾਂ ਦੋਹਾਂ ਆਗੂਆਂ ਦੇ ਵੱਲੋਂ ਦੀ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਉਂਦੇ। ਔਰ ਜਿਹੜੀ ਅੜਚਨ ਆਈ ਸੀ, ਜਿਹੜੀ ਖੜੋਤ ਆ ਗਈ ਸੀ ਮੀਟਿੰਗਾਂ ਦੀ, ਉਹਦੇ ਵਿੱਚ ਸੀ ਕਿ ਮਤਲਬ ਕਿਸਾਨ ਜਥੇਬੰਦੀਆਂ ਵੱਲੋਂ ਸੀ ਵੀ ਯੈਸ ਔਰ ਨੋ, ਔਰ ਸਰਕਾਰ ਕਹਿ ਚੁੱਕੀ ਵੀ ਯੈਸ ਔਰ ਨੋ ਨਾਲ ਮੀਟਿੰਗ ਨਹੀਂ ਹੋ ਸਕਦੀ। ਹੁਣ ਜਿਹੜੀ ਕਿਸਾਨ ਜਥੇਬੰਦੀਆਂ ਵਾਲੀ ਗੱਲ ਆਈ ਹੈ ਵੀ ਮੀਟਿੰਗ ਦਾ ਦੌਰ ਹੋਣਾ ਚਾਹੀਦਾ ਹੈ ਔਰ ਯੈਸ ਨੋ ਤੋਂ ਅੱਗੇ ਵਧਾਂਗੇ। ਤਾਂ ਹੁਣ ਸਰਕਾਰ ਦਾ ਵੀ ਮਨ ਹੈ ਵੀ ਯੈਸ ਨੋ ਤੋਂ ਅੱਗੇ ਵਧਦੇ ਹੈ ਤਾਂ ਬੈਠ ਕੇ ਮੀਟਿੰਗ ਕਰਨ ਨੂੰ ਸਰਕਾਰ ਤਿਆਰ ਹੈ। ਔਰ ਬੜੀ ਜਲਦੀ ਹੁਣ ਮੀਟਿੰਗ ਜਿਹੜੀ ਹੈ ਹੁਣ ਜਾ ਰਹੀ ਹੈ। ਜਿਸ ਤਰ੍ਹਾਂ ਤੁਸੀਂ ਮੇਰੇ ਕੋਲੋਂ ਸਵਾਲ ਪੁੱਛਿਆ, ਮੈਂ ਜਵਾਬ ਹੀ ਨਾ ਦੇਵਾਂ। ਮੈਂ ਕਹਿੰਦਾ ਯੈਸ ਔਰ ਨੋ ਚੁੱਪ ਕਰ ਜਾਂ ਲਿਖ ਕੇ, ਤੇ ਉਸ ਤੋਂ ਅੱਗੇ ਗੱਲ ਕਿਸ ਤਰ੍ਹਾਂ ਚੱਲੇਗੀ ਤੁਸੀਂ ਮੈਨੂੰ ਦੱਸ ਦਿਓ। ਫਿਰ ਗੱਲ ਨਹੀਂ ਚੱਲਦੀ। ਤੇ ਹੁਣ ਉਹ ਯੈਸ ਔਰ ਨੋ ਤੋਂ ਅੱਗੇ ਵਧਣ ਦੀ ਉਹਨਾਂ ਨੇ ਗੱਲ ਕੀਤੀ ਆ, ਉਹਨਾਂ ਨੂੰ ਫਿਰ ਸਿੱਧਾ ਚਲਾ ਜਾਣਾ ਤੇ ਫਿਰ ਗੱਲਬਾਤ ਸ਼ੁਰੂ ਹੋਣੀ ਹੈ। ਔਰ ਅਸੀਂ ਕਾਨੂੰਨ ਬੜੇ ਵਧੀਆ ਬਣਾਏ ਨੇ, ਪਰ ਜਿਹੜੇ ਲੋਕ ਸੜਕਾਂ ਤੇ ਬੈਠੇ ਆ, ਕਿਸਾਨ ਬੈਠੇ ਆ, ਬਾਕੀ ਲੋਕ ਬੈਠੇ ਆ, ਬੱਚੇ ਬੈਠੇ ਆ, ਮਹਿਲਾਵਾਂ ਬੈਠੀਆਂ, ਬਜ਼ੁਰਗ ਬੈਠੇ ਆ, ਇੰਨੀ ਸਰਦੀ 'ਚ ਬੈਠੇ ਆ, ਉਹਨਾਂ ਦੀ ਰਿਸਪੈਕਟ ਕੀਤੀ ਕਿ ਉਹ ਘਰਾਂ ਨੂੰ ਜਾਣ ਤੇ ਉਹਨਾਂ ਨੂੰ ਫਿਰ ਘਰਾਂ ਨੂੰ ਨਹੀਂ ਭੇਜਿਆ। ਅਸੀਂ ਉਹਨਾਂ ਨੂੰ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਇਹ ਜਲਦੀ ਗੱਲ ਨੂੰ ਖਤਮ ਕਰਕੇ ਉਹਨਾਂ ਦੀ ਜਿਹੜੀਆਂ ਗੱਲਾਂ ਸੀ, ਜਿਹੜੇ ਖਦਸ਼ੇ ਸੀ, ਉਹ ਸਾਰੇ ਮੰਨ ਲਏ। ਉਹਨਾਂ ਨੂੰ ਕਿਹਾ ਹੋਰ 1-2 ਨੇ ਉਹ ਵੀ ਦੱਸ ਦਿਓ, ਉਹ ਵੀ ਮੰਨ ਲੈਂਦੇ ਆ। ਫਿਰ ਤਾਂ ਕੋਈ ਦਿੱਕਤ ਨਹੀਂ ਰਹਿ ਜਾਂਦੀ। ਫਿਰ ਕਾਨੂੰਨ 'ਚ ਬਚਿਆ ਹੀ ਕੁਛ ਨਹੀਂ ਹੈ। ਤੇ ਕਾਨੂੰਨ ਦੇ ਬਾਰੇ ਕਹਿਣਾ ਉਹ ਰੱਦ ਕਰ ਦਿਓ ਤੇ ਇੱਕ ਬਹਾਨਾ ਬਣਾਉਣ ਵਾਲੀ ਗੱਲ ਹੈ ਕਿ ਅੰਦੋਲਨ ਨੂੰ ਲੰਬਾ ਕਰਨਾ। ਸਰਕਾਰ ਸਾਡੀ ਜਲਦੀ 'ਚ, ਅਸੀਂ ਚਾਹੁੰਦੇ ਕਿ 1-2 ਦਿਨ 'ਚ ਇਸ ਮਸਲੇ ਦਾ ਹੱਲ ਕਰ ਦਈਏ। ਜੇ ਕਿਸਾਨ ਜਥੇਬੰਦੀਆਂ ਸੁਹਿਰਦ ਹੋਣਗੀਆਂ ਇਹ ਤਾਂ ਹੱਲ ਹੋ ਜਾਏਗਾ। ਦੋਨੋਂ ਧਿਰਾਂ ਨਾਲ ਹੁੰਦਾ ਨਾ ਜੀ। ਸੋ ਦੋਨੋਂ ਧਿਰਾਂ ਦੇ ਨਾਲ ਹੱਲ ਹੁੰਦਾ ਹੈ। ਦੋਹਾਂ ਧਿਰਾਂ ਨੂੰ ਜੋ ਹੈ ਅੱਗੇ ਵਧਣਾ ਪਏਗਾ। ਖਾਸ ਤੌਰ ਤੇ ਕਿਸਾਨਾਂ ਨੂੰ ਬੀਜੇਪੀ ਆਗੂ ਵੱਲੋਂ ਇਹ ਕਿਹਾ ਗਿਆ ਹੈ ਕਿ ਕਿਸਾਨ ਵੀ ਆਪਣੀ ਜ਼ਿੱਦ ਛੱਡਣ, ਕਿਸਾਨ ਆਗੂ ਆਪਣੀ ਜ਼ਿੱਦ ਛੱਡਣ। ਤੇ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਗਏ ਨੇ। ਸਿੰਘੂ ਬਾਰਡਰ ਤੋਂ ਰਮਨਦੀਪ ਸਾਡੇ ਨਾਲ ਜੁੜੇ ਨੇ, ਟਿੱਕਰੀ ਬਾਰਡਰ ਤੋਂ ਯੋਗੇਸ਼ ਸਾਡੇ ਨਾਲ ਜੁੜੇ ਹੋਏ ਨੇ। ਪਹਿਲਾਂ ਟਿੱਕਰੀ ਬਾਰਡਰ ਦਾ ਰੁਖ ਕਰਦੇ ਹਾਂ ਯੋਗੇਸ਼ ਦਾ, ਉਹਨਾਂ ਨਾਲ ਕਿਸਾਨ ਵੀ ਮੌਜੂਦ ਨਜ਼ਰ ਆ ਰਹੇ ਨੇ। ਯੋਗੇਸ਼, ਲਗਾਤਾਰ ਬੀਜੇਪੀ ਆਗੂ ਇਹੀ ਕਹਿ ਰਹੇ ਨੇ ਕਿ ਹੁਣ ਤਾਂ ਜਿਹੜਾ ਅੰਦੋਲਨ ਹੈ ਉਹ ਸਿਰਫ ਕਿਸਾਨਾਂ ਦੀ ਜ਼ਿੱਦ ਦੇ ਕਰਕੇ ਹੀ ਚੱਲ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਸਾਰੀਆਂ ਮੰਗਾਂ ਜੋ ਨੇ ਮੰਨ ਲਈਆਂ ਨੇ, ਅਮੈਂਡਮੈਂਟਸ ਕਰ ਦਿੱਤੀਆਂ ਗਈਆਂ ਨੇ। ਇੱਥੇ ਦੇ ਕਿਸਾਨ ਕੀ ਕੁਝ ਸੋਚਦੇ ਨੇ? ਗੁਰਪ੍ਰੀਤ ਜੀ, ਬਿਲਕੁਲ ਕੇਂਦਰ ਸਰਕਾਰ ਇਹੀ ਗੱਲ ਲਗਾਤਾਰ ਕਹਿੰਦੀ ਜਾ ਰਹੀ ਹੈ ਵੀ ਅਸੀਂ ਅਮੈਂਡਮੈਂਟ ਕਰਨ ਨੂੰ ਰਾਜ਼ੀ ਹਾਂ, ਪਰ ਆ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਟਿੱਕਰੀ ਬਾਰਡਰ ਦੀਆਂ ਵੀ ਇਹ ਜਿੱਦ ਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜ਼ਮੀਨ ਤੇ ਬਹਿ ਕੇ ਦੇਸ਼ ਦਾ ਅੰਨਦਾਤਾ ਆਪਣਾ ਪੇਟ ਭਰਦਾ ਦਿਖਾਈ ਦੇ ਰਿਹਾ ਹੈ। ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿੱਚ ਇੱਥੇ ਦਿਨ ਗੁਜ਼ਾਰਦਾ ਦਿਖਾਈ ਦੇ ਰਿਹਾ ਹੈ। 24 ਦਿਨ ਤੋਂ ਲਗਾਤਾਰ ਇਹ ਕਿਸਾਨ ਇੱਥੇ ਹਨ। ਸਾਡੇ ਨਾਲ ਰਵਿੰਦਰ ਸਿੰਘ ਖੇੜਾ ਨੇ, ਜਿਹੜੇ ਕਿ ਅੱਜ ਬੜੀ ਮਦਦ ਲੈ ਕੇ ਆਏ ਸੀ ਇੱਥੇ ਕਿਸਾਨਾਂ ਲਈ, ਅਤੇ ਕਿਸਾਨ ਪੁੱਤਰ ਨੇ। ਇਹਨਾਂ ਕੋ ਜਾਣਦੇ ਵੀ ਕੇਂਦਰ ਸਰਕਾਰ ਲਗਾਤਾਰ ਕਹਿੰਦੀ ਆ ਵੀ ਆਪਾਂ ਅਮੈਂਡਮੈਂਟ ਕਰਨ ਲਈ ਤਿਆਰ ਆ, ਪਰ ਕਿਸਾਨ ਹੁਣ ਜਿੱਦ ਤੇ ਅੜ ਗਏ, ਇਸ ਲਈ ਮਸਲੇ ਦਾ ਹੱਲ ਨਹੀਂ ਹੋ ਰਿਹਾ। ਤੁਸੀਂ ਕੀ ਕਹਿੰਦੇ ਹੋ? ਨਹੀਂ, ਸਾਡੀ ਜਿੱਦ ਤਾਂ ਨਹੀਂ ਅਸੀਂ ਅੜੇ। ਅਸੀਂ ਪਹਿਲੇ ਦਿਨ ਤੋਂ ਇਹੀ ਡਿਮਾਂਡ ਕਰ ਰਹੇ ਸੀਗੇ ਵੀ ਇਹ ਜਿਹੜੇ ਕਾਲੇ ਕਾਨੂੰਨ ਬਣੇ ਆ ਇਹ ਸਾਨੂੰ ਮਾਫਕ ਨਹੀਂ ਹੈਗੇ, ਸਾਡੀ ਖੇਤੀ ਲਈ ਮਾਫਕ ਨਹੀਂ ਹੈਗੇ, ਸਾਡੇ ਪੰਜਾਬ ਲਈ ਮਾਫਕ ਨਹੀਂ ਹੈ। ਇਹਨਾਂ ਨੂੰ ਇਹ ਜਿੱਦ ਨਹੀਂ, ਅਸੀਂ ਤਾਂ ਬੇਨਤੀ ਕਰਦੇ, ਰਿਕੁਐਸਟ ਕਰਦੇ ਆਏ ਆ ਪਹਿਲਾਂ ਬਾਰ-ਬਾਰ ਵੀ ਇਹਨਾਂ ਨੂੰ ਤੁਸੀਂ ਰੱਦ ਕਰੋ। ਜਿਹੜੀ ਚੀਜ਼ ਦੀ ਸਾਨੂੰ ਲੋੜ ਨਹੀਂ, ਸਾਡੇ ਤੇ ਕਿਉਂ ਥੋਪਣਾ ਚਾਹੁੰਦੀ ਹੈ ਸੈਂਟਰ ਸਰਕਾਰ? ਜੇ ਇਹਨਾਂ ਨੇ ਲੋਕਾਂ ਦੀ ਸੇਵਾ ਹੀ ਕਰਨੀ ਆ, ਸਮਾਜ ਦੀ ਭਲਾਈ ਕਰਨਾ, ਹੋਰ ਬਹੁਤ ਕੁਛ ਹੈ ਕਰਨ ਨੂੰ। ਹੁਣ ਜਦੋਂ ਕੇਂਦਰ ਸਰਕਾਰ ਨੂੰ ਕੁਝ ਲੱਭਣਾ ਨਹੀਂ ਪੈਂਦਾ, ਸਾਰਾ ਜੋ ਵੀ ਤੁਹਾਡੇ ਸਿਰ ਪਾਉਂਦੀ ਦਿਖਦੀ ਆ ਵੀ ਕਿਸਾਨ ਨਹੀਂ ਮੰਨਦੇ, ਕਿਸਾਨ ਜਿੱਤੇ ਆ। ਜੇ ਕਿਸਾਨ ਸਮਝੌਤਾ ਕਰਨ ਤੇ ਆ ਤਾਂ ਆਪਾਂ ਕਰ ਸਕਦੇ ਆ। ਅਮੈਂਡਮੈਂਟ ਸਿਰਫ ਇੱਕ ਇਹੀ ਆ ਵੀ ਸੋਧ
ਉਸੇ ਚੀਜ਼ ਤੇ ਜ਼ੋਰ ਪਾਇਆ ਜਾਂਦਾ ਹੈ। ਤੁਸੀਂ ਕਹਿੰਦੇ ਵੀ ਕਿਤੇ ਸੋਧ ਹੋ ਸਕਦੀ ਹੈ? ਨਹੀਂ, ਸੋਧ ਤਾਂ ਹੋਵੇ ਜੇ ਸੋਧ ਕਰਕੇ ਕੁਝ ਵਿੱਚੋਂ ਕੱਢਣ ਨੂੰ ਹੋਵੇ। ਜਦ ਇਹ ਬਿਲਕੁਲ ਹੈ ਹੀ ਕਵਾੜ ਨੇ, ਇਹ ਬਿਲਕੁਲ ਸਾਡੇ ਖੇਤੀ ਤੋਂ ਅੰਗੇਸਟ ਆ। ਕਾਰਪੋਰੇਟ ਅਧਾਰਿਆਂ ਜਿਹੜੇ ਵੱਡੇ ਵੱਡੇ ਘਰਾਣੇ ਆ ਉਹਨਾਂ ਨੂੰ ਸਾਹਮਣੇ ਰੱਖ ਕੇ ਬਣਾਏ ਗਏ ਨੇ, ਤੇ ਖੇਤੀ ਲਈ ਕਿਵੇਂ ਮਾਫ ਹੋ ਸਕਦੇ ਆ, ਕਿਸਾਨ ਲਈ ਕਿਵੇਂ ਮਾਫ ਹੋ ਸਕਦੇ ਆ। ਦੂਜੀ ਗੱਲ, ਇਹ ਬਾਰ-ਬਾਰ ਇੱਕੋ ਗੱਲ ਕਹਿੰਦੇ ਆ, ਕਿਸਾਨ ਜਿੱਦ ਤੇ ਅੜ ਗਏ, ਜਿੱਦ ਤੇ ਅੜ ਗਏ। ਮੈਨੂੰ ਅੱਜ ਇੱਕ ਕਿਤੋਂ ਅਫਵਾਹ ਵੀ ਮਿਲੀ ਆ, ਲੋਕਾਂ 'ਚ ਗੱਲ ਚੱਲ ਰਹੀ ਆ, ਕਿਸੇ ਬੁੱਧੀਜੀਵੀ ਨਾਲ ਗੱਲ ਹੋਈ ਆ, ਉਹ ਜ਼ਿਕਰ ਕਰ ਰਹੇ ਸੀਗੇ ਵੀ ਮੈਨੂੰ ਪਤਾ ਲੱਗਿਆ ਵੀ ਸ਼ਾਇਦ ਅੱਜ ਇਹਨਾਂ ਨੇ ਕੋਰਟ ਦੇ ਵਿੱਚ ਰਿਟ ਦਾਇਰ ਕੀਤੀ ਆ ਸੈਂਟਰ ਗਵਰਨਮੈਂਟ ਨੇ, ਵੀ ਇਹ ਜਿਹੜੇ ਇਹ ਕਾਨੂੰਨ ਬਣੇ ਨੇ ਇਹ ਰੱਦ ਨਹੀਂ ਕੀਤੇ ਜਾ ਸਕਦੇ। ਇਹ ਸਾਡੇ ਸਬਰ ਦਾ ਇਮਤਿਹਾਨ ਲੈ ਰਹੇ ਆ, ਪਰ ਇਹਨਾਂ ਨੂੰ ਅੱਜ ਦੇ ਦਿਨ ਘੱਟੋ ਘੱਟ ਸ਼ਰਮ ਕਰ ਲੈਣੀ ਚਾਹੀਦੀ ਸੀਗੀ, ਅੱਜ ਦੇ ਦਿਨ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਸੀਗੀ। ਅੱਜ ਸਾਡੇ ਦਿੱਲੀ ਦੇ ਵਿੱਚ ਕਿਸਾਨ ਵੀਰ ਬੈਠੇ ਨੇ, ਇਸੇ ਦਿਨ ਚਾਂਦਨੀ ਚੌਂਕ ਦੇ ਵਿੱਚ ਸਾਡੇ ਗੁਰੂ ਸਾਹਿਬ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਭਾਈ ਮਤੀ ਦਾਸ ਜੀ ਨੇ ਭਾਈ ਸਤੀ ਦਾਸ ਜੀ ਨਾਲ ਭਾਈ ਦਿਆਲ ਦਾਸ ਜੀ ਦੇ ਨਾਲ ਕੁਰਬਾਨੀ ਦਿੱਤੀ ਸੀ ਕਿ ਸਬਰ ਦੇ ਨਾਲ। ਉਦੋਂ ਦੇ ਜਿਹੜੇ ਹਕੂਮਤ ਸੀਗੀ ਉਵੇਂ ਦੀ ਜ਼ਬਰ ਦਾ ਟਾਕਰਾ ਸਬਰ ਦੇ ਨਾਲ ਕੀਤਾ ਸੀਗਾ। ਅਸੀਂ ਅੱਜ ਵੀ ਸਬਰ ਨਾਲ ਬੈਠੇ ਹਾਂ। ਸਾਡਾ ਸ਼ਾਇਦ ਇਹਨਾਂ ਨੇ ਕੋਈ ਹੋਰ ਇਮਤਿਹਾਨ ਲੈਣਾ ਹੋਵੇ, ਅਸੀਂ ਦੇਣ ਨੂੰ ਤਿਆਰ ਹਾਂ। ਸੋ ਗੁਰਪ੍ਰੀਤ ਜੀ, ਗੱਲ ਉਹੀ ਆਉਂਦੀ ਹੈ ਵੀ ਹੱਲੇ ਵੀ ਕਿਸਾਨ ਇਹੀ ਕਹਿ ਰਹੇ ਵੀ ਸ਼ਾਇਦ ਜੀ ਸਰਕਾਰ ਕਿਸਾਨ ਇਹੀ ਕਹਿ ਰਹੇ ਨੇ ਕਿ ਉਹਨਾਂ ਦੀ ਕੋਈ ਚਾਹੁੰਦੀ ਜ਼ਿੱਦ ਨਹੀਂ ਹੈ, ਬਸ ਸਰਕਾਰ ਉਹਨਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ। ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਸਿੰਘੂ ਬਾਰਡਰ ਦਾ ਰੁਖ ਕਰਦੇ ਹਾਂ। ਰਮਨ, ਇੱਥੇ ਕੀ ਕੁਝ ਹਲਚਲ ਦੇਖਣ ਨੂੰ ਮਿਲੀ? ਕਿਹਾ ਜਾ ਰਿਹਾ ਸੀਗਾ ਕਿ ਕਿਸਾਨ ਆਗੂਆਂ ਦੀ ਕੁਝ ਬੈਠਕ ਵੀ ਚੱਲ ਰਹੀ ਹੈ, ਕੀ ਉਹ ਬੈਠਕ ਖਤਮ ਹੋ ਗਈ ਹੈ? ਕੋਈ ਪ੍ਰਤੀਕਰਮ ਸਾਹਮਣੇ ਆਇਆ ਹੋਵੇ? ਜੀ ਗੁਰਪ੍ਰੀਤ, ਲਗਾਤਾਰ ਜਿਹੜੇ ਕਿਸਾਨ ਆਗੂ ਨੇ ਬੈਠਕ ਕਰ ਰਹੇ ਨੇ, ਮੰਥਨ ਹੋ ਰਿਹਾ। ਜੇਕਰ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਇਹ ਹਲਫਨਾਮਾ ਦਾਇਰ ਕਰ ਦਿੰਦੀ ਹੈ ਕਿ ਅਸੀਂ ਜਿਹੜੇ ਕਾਨੂੰਨ ਹੁਣ ਵਾਪਸ ਨਹੀਂ ਹੋ ਸਕਦੇ, ਅਸੀਂ ਇਸ ਹਾਲਤ ਵਿੱਚ ਨਹੀਂ ਇੱਕ ਕਾਨੂੰਨ ਵਾਪਸ ਲੈ ਲੈ ਜਾਂ ਇਹਨਾਂ ਨੂੰ ਰੱਦ ਕਰ ਦੇਗੇ ਜਾਂ ਇਹਨਾਂ ਨੂੰ ਹੋਲਡ ਕਰ ਦੇਗੇ, ਜੇ ਅਜਿਹੀ ਸਥਿਤੀ ਆਉਂਦੀ ਹੈ ਤਾਂ ਅੱਗੇ ਕੀ ਹੋਵੇਗਾ? ਪਹਿਲਾਂ ਜਦੋਂ ਸੁਪਰੀਮ ਕੋਰਟ ਨੇ ਇੱਕ ਸੁਝਾਅ ਦਿੱਤਾ ਕਿ ਸਾਂਝੀ ਕਮੇਟੀ ਬਣਾਈ, ਉਦੋਂ ਕਿਸਾਨ ਸ਼ਾਇਦ ਕਿਤੇ ਨਾ ਕਿਤੇ ਵਿਚਾਰ ਕਰ ਰਹੇ ਸੀ ਜੇਕਰ ਕੁਝ ਦੇਰ ਲਈ, ਕੁਝ ਸਮੇਂ ਲਈ ਕਾਨੂੰਨ ਹੋਲਡ ਹੁੰਦੇ ਨੇ, ਰੱਦ ਹੁੰਦੇ ਨੇ, ਤਾਂ ਸ਼ਾਇਦ ਅਸੀਂ ਵੀ ਨੈਗੋਸ਼ੀਏਸ਼ਨ ਲਈ ਅੱਗੇ ਵਧ ਗਏ, ਅਸੀਂ ਵੀ ਉਸ ਕਮੇਟੀ ਦਾ ਹਿੱਸਾ ਬਣ ਗਏ। ਪਰ ਜੋ ਹੁਣ ਹਾਲਾਤ ਬਣਦੇ ਜਾ ਰਹੇ ਨੇ, ਜੋ ਹੁਣ ਸਰਕਾਰ ਵੱਲੋਂ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਅਸੀਂ ਵਾਪਸ ਕਰਨ ਦੀ ਸਥਿਤੀ ਵਿੱਚ ਨਹੀਂ ਆ। ਸਾਫ਼ ਕਹਿ ਦਿੱਤਾ ਅੱਜ ਗਰੇਵਾਲ ਸਾਹਿਬ ਨੇ ਕਿ ਸਾਨੂੰ ਕਿਸਾਨਾਂ ਨੂੰ ਹਾਂ ਜਾਂ ਨਾ ਦੀ ਅੱਗੇ ਵਧਣਾ ਚਾਹੀਦਾ ਹੈ। ਪਰ ਕਿਸਾਨ ਕਹਿ ਰਹੇ ਨੇ ਨੈਗੋਸ਼ੀਏਸ਼ਨ ਕਿਸ ਗੱਲ ਦਾ? ਨੈਗੋਸ਼ੀਏਸ਼ਨ ਹੁੰਦਾ ਉਸ ਗੱਲ ਦਾ ਜੇਕਰ ਰਸਤਾ ਬਚਾ ਹੋਵੇ। ਇਹ ਨੈਗੋਸ਼ੀਏਸ਼ਨ ਦਾ ਕੋਈ ਰਸਤਾ ਬਚਿਆ ਹੀ ਨਹੀਂ। ਇਸੇ ਤਾਂ ਮੰਗ ਇੱਕੋ ਹੀ ਹੈ ਕਿ ਹੁਣ ਰੱਦ ਕੀਤਾ ਜਾਵੇ, ਦੁਬਾਰਾ ਬਣਾਏ ਜਾਣ। ਹੁਣ ਨੈਗੋਸ਼ੀਏਸ਼ਨ ਦੀ ਗੱਲ ਨਹੀਂ। ਹੁਣ ਕੇਂਦਰ ਸਰਕਾਰ ਜਾਣਬੁੱਝ ਕੇ ਇੱਕ ਪਾਸੇ ਸਾਡੇ ਨਾਲ ਗੱਲ ਕਰਨ ਲਈ ਤਿਆਰ ਹੈ, ਕਹਿ ਰਹੀ ਹੈ ਕਿ ਅਸੀਂ ਨਿਬੇੜਾ ਕਰਨਾ ਚਾਹੁੰਦੇ, ਦੂਜੇ ਪਾਸੇ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜਾ ਹੈਗਾ ਇਹਨਾਂ ਨੂੰ ਚੰਗਾ ਦੱਸਣ ਦੇ ਲਈ ਮੋਰਚਾ ਖੋਲ੍ਹਿਆ। ਖੁਦ ਪ੍ਰਧਾਨ ਮੰਤਰੀ ਮੈਦਾਨ ਵਿੱਚ ਉਤਰੇ ਨੇ, ਤਾਂ ਉਹ ਸ਼ੱਕ ਤੇ ਜਿਹੜਾ ਹੈਗਾ ਕੇਂਦਰ ਸਰਕਾਰ ਦੀ ਜਿਹੜੀ ਮਨਸ਼ਾ, ਜਿਹੜੀ ਨੀਤੀ ਔਰ ਨੀਅਤ ਤੇ ਸ਼ੱਕ ਕਰ ਰਹੇ ਨੇ। ਇਸ ਤੋਂ ਵੱਡੀ ਗੱਲ ਗੁਰਪ੍ਰੀਤ ਜੀ ਐਵੇਂ ਹੈਗੀ ਆ ਕਿ ਲਗਾਤਾਰ ਜਿਹੜਾ ਹੈਗਾ ਕੱਲ ਲੀਗਲ ਪੈਨਲ ਨਾਲ ਬੈਠਕ ਹੋਈ ਸੀ। ਲੀਗਲ ਪੈਨਲ ਨੇ ਵੀ ਇਹਨਾਂ ਨੂੰ ਇਹੀ ਸੁਝਾਅ ਦਿੱਤਾ ਸੀ ਕਿ ਫਿਲਹਾਲ ਅਜਿਹਾ ਕੋਈ ਵੀ ਵੱਡਾ ਫੈਸਲਾ ਜਾਂ ਵੱਡਾ ਕਦਮ ਨਾ ਪੁੱਟਿਆ ਜਾਵੇ ਜਿਸ ਦੇ ਨਾਲ ਅਸੀਂ ਬੈਕਫੁੱਟ ਤੇ ਚਲੇ ਜਾਈਏ। ਅਸੀਂ ਹਰ ਕੇਂਦਰ ਦੇ ਤਜਵੀਜ਼ ਵੱਲ ਨਜ਼ਰ ਬਣਾਏ ਹੋਵਾਂਗੇ। ਜੇ ਕੇਂਦਰ ਸਾਨੂੰ ਸੱਦਾ ਭੇਜੇਗਾ ਅਸੀਂ ਮੁੜ ਵਿਚਾਰ ਕਰਨ ਲਈ ਤਿਆਰ ਹਾਂ। ਕਮੇਟੀ ਬਣਾਉਣ ਨੂੰ ਕਹੇਗੀ, ਪਰ ਅਸੀਂ ਉਹ ਕਮੇਟੀ ਦਾ ਹਿੱਸਾ ਨਹੀਂ ਬਣਾਂਗੇ ਜੋ ਕੇਂਦਰ ਸਰਕਾਰ ਗਈ। ਅਸੀਂ ਹਾਂ ਜੇ ਹਿੱਸਾ ਬਣੇ ਤਾਂ ਉਸ ਕਮੇਟੀ ਦਾ ਹਿੱਸਾ ਬਣਾਂਗੇ ਜਦੋਂ ਸੁਪਰੀਮ ਕੋਰਟ ਇਹ ਭਰੋਸਾ, ਕੇਂਦਰ ਸਰਕਾਰ ਸੁਪਰੀਮ ਕੋਰਟ ਵਿੱਚ ਭਰੋਸਾ ਦੇ ਦੇਵੇ ਕਿ ਇਹ ਹੋਲਡ ਹੋ ਚੁੱਕੇ ਨੇ, ਕੁਛ ਸਮੇਂ ਲਈ ਰੱਦ ਹੋ ਚੁੱਕੇ ਨੇ। ਜਦੋਂ ਤੱਕ ਆਮ ਸਹਿਮਤੀ ਨਹੀਂ ਬਣਦੀ ਜਾਂ ਦੋਵੇਂ ਪਾਸਿਆਂ ਤੋਂ ਸਹਿਮਤੀ ਨਹੀਂ ਬਣਦੀ ਤਾਂ ਅਸੀਂ ਉਸ ਕਮੇਟੀ ਦਾ ਹਿੱਸਾ ਬਣਾਂਗੇ। ਇਸ ਤੋਂ ਪਹਿਲਾਂ ਅਸੀਂ ਉਸ ਕਮੇਟੀ ਦਾ ਹਿੱਸਾ ਵੀ ਨਹੀਂ ਬਣਾਂਗੇ। ਹੁਣ ਜਿਹੜੀ ਤਾਣੀ ਇੱਕ ਵਾਰ ਫਿਰ ਉਲਝਦੀ ਨਜ਼ਰ ਆ ਰਹੀ ਹੈ। ਕਿਤੇ ਰਸਤਾ ਗੱਲਬਾਤ ਦੀ, ਨੈਗੋਸ਼ੀਏਸ਼ਨ ਦਾ ਰਸਤਾ, ਡਾਇਲੋਗ ਦਾ ਰਸਤਾ ਕਿਤੇ ਨਾ ਕਿਤੇ ਬੰਦ ਹੁੰਦਾ ਨਜ਼ਰ ਆ ਰਿਹਾ ਹੈ। ਜੀ ਰਮਨ, ਡਾਇਲੋਗ ਦਾ ਰਸਤਾ ਬੰਦ ਹੁੰਦਾ ਨਜ਼ਰ ਆ ਰਿਹਾ ਤੇ ਕੀ ਜੋ ਹੈ ਕਿਸਾਨਾਂ ਦਾ ਇੱਥੇ ਮੰਥਨ ਚੱਲ ਰਿਹਾ? ਅੱਜ ਜਾਣਕਾਰੀ ਮਿਲੀ ਸੀ ਕਿ ਕਿਸਾਨ ਆਗੂ ਦੁਬਾਰਾ ਤੋਂ ਇਸ ਤੇ ਮੰਥਨ ਕਰ ਰਹੇ ਨੇ, ਜੋ ਕੁਝ ਚਰਚਾਵਾਂ ਚੱਲ ਰਹੀਆਂ ਨੇ। ਜੀ ਗੁਰਪ੍ਰੀਤ, ਕਿਸਾਨ ਆਗੂ ਦੇ ਸਾਹਮਣੇ ਸਿਰਫ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਨਹੀਂ ਸਮੱਸਿਆ ਰਹੀ। ਉਹ ਹਾਲਾਂਕਿ ਸਾਰਾ ਕੁਝ ਕੇਂਦਰ ਤੇ ਡਿਪੈਂਡ ਹੈ, ਕੇਂਦਰ ਕੀ ਕਰਨਾ ਚਾਹੁੰਦੀ ਹੈ। ਪਰ ਸਭ ਤੋਂ ਅਹਿਮ ਸਮੱਸਿਆ ਹੈ ਕਿ ਜੇਕਰ ਅੰਦੋਲਨ ਹੋਰ 10-15 ਮਹੀਨਾ ਹੋਰ ਚੱਲ ਗਿਆ ਤਾਂ ਉਸ ਦੇ ਵਿੱਚ ਕਿੰਨੇ ਕਿਸਾਨ ਸ਼ਹਾਦਤ ਦੇਣਗੇ ਦਿੱਤੀ ਜਾ ਰਹੀ ਹੈ। ਕਿਉਂਕਿ ਹਰ ਰੋਜ਼ ਤਸਵੀਰ ਇੱਕ ਖਬਰ, ਦੁਖਦਾਈ ਖਬਰ ਆਉਂਦੀ ਹੈ ਕਿ ਅੱਜ ਫਲਾਣੇ ਥਾਂ ਤੇ ਕਿਸਾਨ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ, ਧੁੰਦ ਦੇ ਨਾਲ ਮਾਰਿਆ ਗਿਆ, ਐਕਸੀਡੈਂਟ ਦੇ ਨਾਲ ਮਾਰਿਆ ਗਿਆ, ਕਿਤੇ ਉਹਨੂੰ ਹਾਰਟ ਅਟੈਕ ਹੋ ਗਿਆ। ਅਜਿਹੀਆਂ ਜਿਹੜੀਆਂ ਦੁਖਦਾਇਕ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਚਿੰਤਾ ਦਾ ਵਿਸ਼ਾ ਕਿਸਾਨਾਂ ਲਈ ਬਣਦੀਆਂ ਨੇ। ਤੇ ਇਹ ਵੀ ਕਹਿ ਰਹੇ ਕਿਸਾਨ ਆਗੂ ਕਹਿ ਰਹੇ ਨੇ ਕਿ ਉਹਨਾਂ ਪਰਿਵਾਰਾਂ ਦੀ ਕੋਈ ਨਾ ਕੋਈ ਵਿੱਤੀ ਮਦਦ ਵੀ ਜ਼ਰੂਰ ਕੀਤੀ ਜਾ ਸਕੇ ਜਿਹੜੇ ਇੱਥੇ ਛੋਟੇ ਬੱਚੇ ਛੱਡ ਕੇ ਸੁਰਗਵਾਸ ਹੋ ਗਏ, ਉਹਨਾਂ ਦੀ ਡੈਥ ਹੋ ਗਈ, ਉਹਨਾਂ ਦੇ ਪਰਿਵਾਰਾਂ ਦਾ ਵੀ ਹਾਲ ਚਾਲ ਜਾਣਿਆ ਜਾਵੇ। ਇਹ ਵੀ ਇੱਕ ਸਮੱਸਿਆ ਜਿਹੜੀ ਹੈਗੀ ਆ। ਉੱਪਰੋਂ ਜਿਹੜੇ ਹਾਲਾਤ, ਮੌਸਮੀ ਹਾਲਾਤ ਬਣੇ ਹੋਏ ਨੇ ਉਹ ਵੀ ਕਿਸਾਨਾਂ ਨੂੰ ਕਿਤੇ ਨਾ ਕਿਤੇ ਤੰਗ ਪਰੇਸ਼ਾਨ ਕਰ ਰਹੇ ਨੇ। ਜੀ ਕਿਸਾਨ ਪਰੇਸ਼ਾਨ ਨੇ, ਪਰ ਦੂਜੇ ਪਾਸੇ ਸਰਕਾਰ ਵੀ ਵਜੇਦਾ ਹੈ। ਸਰਕਾਰ ਇਹੀ ਕਹਿ ਰਹੀ ਹੈ ਕਿ ਕਾਨੂੰਨ ਜੋ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬਣਾਏ ਗਏ ਨੇ। ਰਮਨ ਤੇ ਯੋਗੇਸ਼, ਤੁਸੀਂ ਸਾਡੇ ਨਾਲ ਜੁੜੇ, ਜਾਣਕਾਰੀ ਸਾਡੇ ਤੱਕ ਪਹੁੰਚਾਈ, ਤਸਵੀਰਾਂ ਪਹੁੰਚਾਈਆਂ, ਤੁਹਾਡਾ ਬਹੁਤ ਬਹੁਤ ਧੰਨਵਾਦ।